ਇੱਕ ਜਿਵੇਂ ਆਪਾਂ ਕਹਿ ਦਈਏ ਨਾ ਵੀ ਜਿਵੇਂ ਕੋਈ ਵੱਡਾ ਅਫਸਰ ਆਉਂਦਾ ਹੈਗਾ, ਜਿਵੇਂ ਕੋਈ ਮਹਿਮਾਨ ਆਉਂਦੇ ਹੈਗੇ ਆ ਤੇ ਜਿਵੇਂ ਆਪਾਂ ਘਰਾਂ 'ਚ ਸਫਾਈ ਕਰਦੇ ਆ ਉਵੇਂ ਇੱਕ ਸਫਾਈ ਕਰਦੇ ਆ, ਪਰ ਰੈਗੂਲਰ ਹੋਣੀ ਚਾਹੀਦੀ ਹੈ। ਬਹੁਤ ਵੱਡਾ ਡਿਪਾਰਟਮੈਂਟ ਹੈ ਰੇਲਵੇ ਦਾ। ਤੇ ਹੁਣ ਜੀਐਮ ਸਾਹਿਬ ਆ ਰਹੇ ਦਿੱਲੀ ਤੋਂ, ਨਾਰਦਰਨ ਦੇ 4-5 ਜਿਹੜੇ ਆ ਡੀਆਰਐਮ ਥੱਲੇ ਆ ਇਹਨਾਂ ਦੇ, ਤੇ ਪੂਰੀ ਇਨਸਪੈਕਸ਼ਨ ਹੋ ਰਹੀ ਹੈ। ਤੇ ਅੱਜ ਸਫਾਈ ਹੋਈ ਹੈ, ਡਸਟਬਿਨ ਰੱਖੇ ਗਏ ਆ, ਗਮਲੇ ਰੱਖੇ गए आरजी तौर पे। सर मीडिया को क्यों रोक रखा है, हमें ये तो बता दो। मीडिया को रोक रखा है, शहरवासी बात कर रहे हैं, हमें तो बीच में तो कुछ पता तो चले क्या बातचीत हो रही है। सुनिए जी, एक मिनट सर, ये तो कोई बात नहीं है ना। ਤੁਸੀਂ ਬੱਚਿਆਂ ਵਾਲਾ ਤੁਸੀਂ ਪਰਿਵਾਰ ਤੋਂ ਸਾਰੇ, ਪਰ ਜਦੋਂ ਇੱਥੇ ਲੇਬਰ ਆਉਂਦੀ ਹੈ ਉਹਨਾਂ ਦਾ ਟਾਇਲਟ ਬਾਥਰੂਮ ਵੀ ਇੱਥੇ ਨਹੀਂ ਬਣੇ ਹੋਏ, ਉਸ ਚੀਜ਼ ਦੀ ਤੁਹਾਨੂੰ ਵੀ ਸਮੱਸਿਆ ਆਉਂਦੀ ਹੋਊਗੀ? ਹਾਂਜੀ ਬਿਲਕੁਲ ਆਉਂਦੀ ਹੈ ਜੀ, ਬਹੁਤ ਸਮੈਲ ਹੈ। ਤੁਸੀਂ ਜਾ ਕੇ ਦੇਖੋ, ਟੱਪ ਹੀ ਨਹੀਂ ਸਕਦੇ। ਸਰ ਐਟ ਦੀ ਸਪੋਰਟ ਤੁਸੀਂ ਉਧਰ ਜਾ ਕੇ ਇੱਕ ਵਾਰੀ ਦੇਖੋ, ਇੰਨੀ ਗੰਦੀ ਸਮੈਲ ਆਉਂਦੀ ਹੈ, ਖੜਾ ਹੋਣਾ ਮੁਸ਼ਕਿਲ ਹੈ ਸਰ। ਇੱਕ ਸਾਨੂੰ ਇੱਥੇ ਪਾਣੀ ਦੀ ਸਟੇਸ਼ਨ ਤੇ ਕੋਈ ਸਹੂਲਤ ਨਹੀਂ ਜੀ। ਅਸੀਂ ਇੱਕ ਲੈਟਰਨ ਪਾਣੀ ਦੀ ਸਾਨੂੰ ਕੋਈ ਸਹੂਲਤ ਨਹੀਂ ਉੱਥੇ ਜੀ। ਅਸੀਂ ਇਹ ਸਾਰੀ ਲੇਬਰ ਵਾਲੇ ਇਕੱਠੇ ਹੋ ਕੇ ਆਪਦਾ ਇਹ ਗੱਲਬਾਤ ਕਰਨਾ ਚਾਹੁੰਦੇ ਵੀ ਅਫਸਰ ਨੂੰ ਮਿਲ ਕੇ ਵੀ ਸਾਡੀ ਕੋਈ ਸਹੂਲਤ ਸੁਣੀ ਜਾਵੇ। ਜੀਆਰਐਮ ਆਉਂਦਾ ਜਾਂ ਕੋਈ ਵੱਡਾ ਅਧਿਕਾਰੀ ਆਉਂਦਾ, ਸਫਾਈ ਕੀਤੀ ਜਾਂਦੀ ਹੈ, ਪਰ ਜਦੋਂ ਇਹ ਵੱਡੇ ਅਧਿਕਾਰੀ ਆਉਂਦੇ ਆ ਇਹ ਦੱਸ ਕੇ ਕਿਉਂ ਆਉਂਦੇ ਆ? ਨਹੀਂ, ਸ਼ਡਿਊਲ ਬਣਦਾ ਇਹਨਾਂ ਦਾ ਪੂਰਾ। ਇੱਕ ਜਦੋਂ ਦਿੱਲੀੋਂ ਚੱਲਦੇ ਹੈਗੇ ਆ ਵੀ ਆਹ ਸਟੇਸ਼ਨ 'ਚ ਮੈਂ ਚੈੱਕ ਕਰਨਾ, ਉਹਨਾਂ ਦੀ ਜਿਹੜੀ ਹੈਗੀ ਆ ਇੱਕ ਪ੍ਰੋਟੋਕਾਲ ਹੁੰਦਾ, ਦੱਸ ਕੇ ਆਉਣਾ ਪੈਂਦਾ ਹੈਗਾ। जब कोई बड़ा अधिकारी होता है तभी क्यों स्टेशन के ऊपर सफाई होती है, वैसे अदरवाइज सफाई नहीं होती? जैसे वहाँ डस्टबिन पड़े हैं, जहाँ कोई भी सफाई किया, अभी कल ही वहाँ फेंकी गई है, जब ये कोई बड़ा अधिकारी आता है उसी टाइम ही होता है, वैसे क्यों नहीं होता? देखिए, स्टेशन पे साफ़ सफाई नियमित तौर पे होती है और ये हमें लगता है कि थोड़ा बहुत हो सकता है लोगों को थोड़ा जागरूकता बढ़ जाएगी तो और अच्छी हो जाएगी। इसमें आप भी अपना मीडिया के माध्यम से लोगों में थोड़ा जागरूकता बढ़ाने की चेष्टा करें। ਤੁਹਾਨੂੰ ਜਾਣਕਾਰੀ ਹੈ ਜਾਂ ਨਹੀਂ ਹੈ ਮੈਨੂੰ ਪਤਾ ਨਹੀਂ, ਪਰ ਕੁਝ ਬੰਦੇ ਕਹਿ ਰਹੇ ਆ ਕਿ ਜਿਹੜੀ ਪਰਲੇ ਪਾਸੇ ਮਾਲ ਗੱਡੀ ਜਿਹੜੀ ਲਾਈ ਹੋਈ ਹੈ ਜਾਣਬੁੱਝ ਕੇ ਲਾਈ ਹੈ ਕਿ ਵੱਡੇ ਅਧਿਕਾਰੀਆਂ ਦੀ ਪਰਲੇ ਪਾਸੇ ਨਿਗਾਹ ਨਾ ਪਵੇ। ਕਿਵੇਂ ਪਤਾ ਤੁਹਾਨੂੰ ਇਸ ਚੀਜ਼ ਦਾ? ਹਾਂਜੀ, ਉਹ ਲਗਾਉਂਦੇ ਹੀ ਨਹੀਂ, ਉਧਰ ਤੋਂ ਕੋਈ ਜਾਂਦਾ ਹੀ ਨਹੀਂ। ਜੋ ਵੀ ਕੋਈ ਅਫਸਰ ਆਉਂਦਾ ਇੱਧਰ ਇੱਧਰ ਦੇਖ ਕੇ ਚਲੇ ਜਾਂਦੇ। ਫਲਾਈਂਗ ਪੈਣੀ ਚਾਹੀਦੀ ਹੈ, ਜਿਵੇਂ ਗੱਡੀਆਂ ਦੇ ਅੰਦਰ ਜਿਵੇਂ ਮੈਜੈਸਟਡ ਫਲਾਈਂਗ ਪੈਂਦੀ ਹੈਗੀ ਆ, ਉਵੇਂ ਆਉਣ, ਰਾਤ ਨੂੰ ਆਉਣ, ਸਵੇਰੇ ਇੱਥੇ ਉਤਰਨ, ਫਿਰ ਦੇਖ ਲੈਣ, ਆਪਦਾ ਕਿਤੇ ਵੀ ਜਾ ਕੇ ਦੇਖ ਲੈਣ ਵੀ ਕੀ ਹੋ ਰਿਹਾ ਹੈਗਾ। ਤੇ ਲੋਕਾਂ ਦੇ ਵਿੱਚ ਵਿਚਰਨ, ਜਿਵੇਂ ਕੋਈ ਪੈਸੇਂਜਰ ਨੂੰ ਪੁੱਛਣ ਵੀ ਤੁਹਾਨੂੰ ਕੀ ਤਕਲੀਫ ਹੈ ਇੱਥੇ, ਤੇ ਉਸ ਹਿਸਾਬ ਨਾਲ ਇਹ ਕਰ ਦੇਣ। ਨਮਸਕਾਰ, ਤੁਸੀਂ ਦੇਖ ਰਹੇ ਹੋ ਪ੍ਰਾਈਮ ਉਹਦੇ ਤੇ ਮੈਂ ਹਾਂ ਸੁਰੇਸ਼ ਜੰਦਲ। ਤਸਵੀਰਾਂ ਤੁਹਾਨੂੰ ਕੋਟਕਪੂਰਾ ਰੇਲਵੇ ਸਟੇਸ਼ਨ ਦੇ ਦਿਖਾ ਰਹੇ ਹਾਂ, ਜਿੱਥੇ ਡੀਆਰਐਮ ਔਰ ਹੋਰ ਵੀ ਵੱਡੇ ਅਧਿਕਾਰੀ ਜਿਹੜੇ ਹੈਗੇ ਇੱਥੇ ਪਹੁੰਚ ਰਹੇ ਆ। ਸੋ ਗੱਲਬਾਤ ਕਰਦੇ ਆ ਇੱਥੋਂ ਦੇ ਜਿਹੜੇ ਵਸਨੀਕ ਆ ਉਹਨਾਂ ਨਾਲ ਗੱਲਬਾਤ ਕਰਦੇ ਆ। ਵੀਰ ਜੀ, ਅਸੀਂ ਪਿਛਲੀ ਵਾਰੀ ਵੀ ਡੀਆਰਐਮ ਇੱਥੇ ਆਏ ਸੀ, ਹੋਰ ਵੀ ਵੱਡੇ ਅਧਿਕਾਰੀ ਆਏ ਸੀ, ਹੁਣ ਵੀ ਆ ਰਹੇ ਆ, ਪਰ ਜਦੋਂ ਉਹ ਆਉਂਦੇ ਆ ਉਦੋਂ ਹੀ ਸਫਾਈ ਅਭਿਆਨ ਚੱਲਦਾ ਸਟੇਸ਼ਨ ਦੇ ਵਿੱਚ। ਕੀ ਕਹੋਗੇ ਇਹਦੇ ਬਾਰੇ? ਇੱਕ ਜਿਵੇਂ ਆਪਾਂ ਕਹਿ ਦਈਏ ਨਾ ਵੀ ਜਿਵੇਂ ਕੋਈ ਵੱਡਾ ਅਫਸਰ ਆਉਂਦਾ ਹੈਗਾ, ਜਿਵੇਂ ਕੋਈ ਮਹਿਮਾਨ ਆਉਂਦੇ ਹੈਗੇ ਆ, ਤੇ ਜਿਵੇਂ ਆਪਾਂ ਘਰਾਂ 'ਚ ਸਫਾਈ ਕਰਦੇ ਆ ਉਵੇਂ ਇੱਕ ਸਫਾਈ ਕਰਦੇ ਆ, ਪਰ ਰੈਗੂਲਰ ਹੋਣੀ ਚਾਹੀਦੀ ਹੈ। ਬਹੁਤ ਵੱਡਾ ਡਿਪਾਰਟਮੈਂਟ ਹੈ ਰੇਲਵੇ ਦਾ। ਤੇ ਹੁਣ ਜੀਐਮ ਸਾਹਿਬ ਆ ਰਹੇ ਦਿੱਲੀ ਤੋਂ, ਨਾਰਦਰਨ ਦੇ 4-5 ਜਿਹੜੇ ਆ ਡੀਆਰਐਮ ਥੱਲੇ ਆ ਇਹਨਾਂ ਦੇ, ਤੇ ਪੂਰੀ ਇਨਸਪੈਕਸ਼ਨ ਹੋ ਰਹੀ ਹੈ। ਤੇ ਅੱਜ ਸਫਾਈ ਹੋਈ ਹੈ, ਡਸਟਬਿਨ ਰੱਖੇ ਗਏ ਆ, ਗਮਲੇ ਰੱਖੇ ਗਏ ਆਰਜੀ ਤੌਰ ਤੇ। ਜਦੋਂ ਜੀਐਮ ਸਾਹਿਬ ਚਲੇ ਜਾਣਗੇ ਫਿਰ ਇਹਨਾਂ ਨੂੰ ਲਪੇਟ ਕੇ ਮੇਰੇ ਖਿਆਲ ਉਹ ਰੱਖ ਦੇਣਗੇ ਸਟੋਰ 'ਚ। ਜਦੋਂ ਕਿ ਐਂ ਹੀ ਰਹਿਣਾ ਚਾਹੀਦਾ। ਸੋਹਣਾ ਲੱਗ ਰਿਹਾ ਅੱਜ ਆਪਣਾ ਰੇਲਵੇ ਸਟੇਸ਼ਨ ਕੋਟਕਪੂਰਾ। ਜੀਆਰਐਮ ਆਉਂਦਾ ਜਾਂ ਕੋਈ ਵੱਡਾ ਅਧਿਕਾਰੀ ਆਉਂਦਾ, ਸਫਾਈ ਕੀਤੀ ਜਾਂਦੀ ਹੈ, ਪਰ ਜਦੋਂ ਇਹ ਵੱਡੇ ਅਧਿਕਾਰੀ ਆਉਂਦੇ ਆ ਇਹ ਦੱਸ ਕੇ ਕਿਉਂ ਆਉਂਦੇ ਆ? ਨਹੀਂ, ਸ਼ਡਿਊਲ ਬਣਦਾ ਇਹਨਾਂ ਦਾ ਪੂਰਾ। ਇੱਕ ਜਦੋਂ ਦਿੱਲੀੋਂ ਚੱਲਦੇ ਹੈਗੇ ਆ ਵੀ ਆਹ ਸਟੇਸ਼ਨ 'ਚ ਮੈਂ ਚੈੱਕ ਕਰਨਾ, ਉਹਨਾਂ ਦੀ ਜਿਹੜੀ ਹੈਗੀ ਆ ਇੱਕ ਪ੍ਰੋਟੋਕਾਲ ਹੁੰਦਾ, ਦੱਸ ਕੇ ਆਉਣਾ ਪੈਂਦਾ ਹੈਗਾ। ਚਲੋ, ਦੇਰ ਆਏ ਦਰੁਸਤ ਆਏ, ਆਪਾਂ ਤਾਂ ਇਹ ਗੱਲ ਕਹਿੰਦੇ ਆ ਚਾਹੀ ਦੱਸ ਕੇ ਆਉਣ, ਪਰ ਸਫਾਈ ਹੋ ਜਾਂਦੀ ਹੈਗੀ ਆ, ਸੋਹਣਾ ਲੱਗਣ ਲੱਗ ਜਾਂਦਾ। ਤੇ ਮਹੀਨੇ ਬਾਅਦ ਆਉਣਾ ਚਾਹੀਦਾ ਜੀਐਮ ਸਾਹਿਬ ਨੂੰ। ਨਹੀਂ, ਪ੍ਰੋਟੋਕਾਲ ਤੁਹਾਡੀ ਗੱਲ ਮੈਂ ਸਮਝਦਾ, ਪਰ ਜੇਕਰ ਕੋਈ ਵੱਡਾ ਅਧਿਕਾਰੀ ਬਗੈਰ ਦੱਸਿਆ ਪਹੁੰਚੇ ਇੱਥੇ, ਉਹ ਜ਼ਿਆਦਾ ਵਧੀਆ ਨਹੀਂ? ਚੈਕਿੰਗ ਹੋਣੀ ਚਾਹੀਦੀ ਹੈ, ਉਹ ਫਲਾਈਂਗ ਪੈਣੀ ਚਾਹੀਦੀ ਹੈ। ਫਲਾਈਂਗ ਪੈਣੀ ਚਾਹੀਦੀ ਹੈ, ਜਿਵੇਂ ਗੱਡੀਆਂ ਦੇ ਅੰਦਰ ਜਿਵੇਂ ਮੈਜੈਸਟਡ ਫਲਾਈਂਗ ਪੈਂਦੀ ਹੈਗੀ ਆ, ਉਵੇਂ ਆਉਣ, ਰਾਤ ਨੂੰ ਆਉਣ, ਸਵੇਰੇ ਇੱਥੇ ਉਤਰਨ, ਫਿਰ ਦੇਖ ਲੈਣ, ਆਪਦਾ ਕਿਤੇ ਵੀ ਜਾ ਕੇ ਦੇਖ ਲੈਣ ਵੀ ਕੀ ਹੋ ਰਿਹਾ ਹੈਗਾ। ਤੇ ਲੋਕਾਂ ਦੇ ਵਿੱਚ ਵਿਚਰਨ, ਜਿਵੇਂ ਕੋਈ ਪੈਸੇਂਜਰ ਨੂੰ ਪੁੱਛਣ ਵੀ ਤੁਹਾਨੂੰ ਕੀ ਤਕਲੀਫ ਹੈ ਇੱਥੇ, ਤੇ ਉਸ ਹਿਸਾਬ ਨਾਲ ਇਹ ਕਰ ਦੇਣ। ਕੋਟਕਪੂਰਾ ਤੋਂ ਮੋਗਾ, ਲੁਧਿਆਣਾ, ਚੰਡੀਗੜ੍ਹ ਦੀ ਰਿਕੁਆਇਰਮੈਂਟ ਕਈਆਂ ਦੀ ਹੈਗੀ, ਉਹਦੇ ਬਾਰੇ ਕੀ ਕਹੋਗੇ ਤੁਸੀਂ?
ਉਹਦੇ ਬਾਰੇ ਜਿੰਦਾ ਸਾਹਿਬ ਇਹ ਹੈ ਵੀ ਉਹ ਸਰਵੇ ਸਾਰਾ ਹੋਇਆ ਹੈ ਜੀ। ਸਰਵੇ ਹੋਏ ਨੂੰ ਵੀ ਬਹੁਤ ਦੇਰ ਹੋ ਚੁੱਕੀ ਹੈ। ਕੋਟਕਪੂਰਾ ਮੋਗਾ ਰੇਲਵੇ ਲਾਈਨ ਦੀ ਬਹੁਤ ਪੁਰਾਣੀ ਡਿਮਾਂਡ ਹੈ, ਬਹੁਤ ਪੁਰਾਣਾ ਸਰਵੇ ਹੋਇਆ ਹੈ। ਤਾਂ ਉਹ ਕਹਿੰਦੇ ਸੀ ਵੀ ਅਸੀਂ ਇਸ 'ਤੇ ਜਿਹੜਾ ਹੈ ਵੀ ਅਮਲ ਕਰਾਂਗੇ। ਹੁਣ ਸਰਵੇ ਹੋਇਆ ਹੈ, ਸਾਡਾ ਸਾਰਾ ਜਿੰਨੇ ਸਟੇਸ਼ਨ ਬਣਨੇ ਆ, ਜਿੰਨੇ ਪੁਲ ਬਣਨੇ ਆ, ਜਿੰਨੀ ਪੁਲੀਆਂ ਬਣਨੀਆਂ। ਹਾਂਜੀ। ਸੋ ਸ਼ਹਿਰ ਵਾਸੀਆਂ ਦੀਆਂ ਮੰਗਾਂ ਕਾਫੀ ਆ। ਸੋ ਜਿਹੜੇ ਵੀ ਅਧਿਕਾਰੀ ਇੱਥੇ ਪਹੁੰਚਦੇ ਅਸੀਂ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਔਰ ਇਹਨਾਂ ਦੀਆਂ ਮੰਗਾਂ ਵੀ ਰੱਖਾਂਗੇ ਔਰ ਇਹ ਵੀ ਗੱਲ ਕਰਾਂਗੇ ਕਿ ਜਦੋਂ ਕੋਈ ਅਫਸਰ ਆਉਂਦਾ ਉਸ ਟਾਈਮ ਇਹ ਸਫਾਈਆਂ ਕਿਉਂ ਕੀਤੀਆਂ ਜਾਂਦੀਆਂ। ਰੇਲਵੇ ਸਟੇਸ਼ਨ ਦੇ ਪਲੇਥੀ ਜਿਹੜੀ ਬਣੀ ਹੋਈ ਹੈ ਉਸ ਤੋਂ ਲੇਡੀਜ਼ ਕਾਫੀ ਪਰੇਸ਼ਾਨ ਆ। ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੀ ਪਰੇਸ਼ਾਨੀਆਂ ਨੇ ਤੁਹਾਨੂੰ ਜੀ? ਸਾਨੂੰ ਜੀ ਅਸੀਂ ਰਾਧਾ ਕ੍ਰਿਸ਼ਨ ਮੰਦਿਰ ਗਊਸ਼ਾਲਾ ਵਾਲੀ ਜਿਹੜੇ ਰੋਡ ਹੈਗੇ ਆ ਉਹਦੇ ਅੱਗੇ ਬਹੁਤ ਗੰਦਾ ਪਾਣੀ ਭਰਿਆ ਹੋਇਆ, ਸਮੈਲ ਆ ਰਹੀ ਆ, ਗੱਡੇ ਬਹੁਤ ਜ਼ਿਆਦਾ ਹੋਏ ਪਏ ਆ। ਲੇਕਿਨ ਨਾ ਅਸੀਂ ਗਊਸ਼ਾਲਾ ਜਾ ਸਕਦੇ ਨਾ ਅਸੀਂ ਮੰਦਿਰ ਜਾ ਸਕਦੇ ਤੇ ਉੱਥੇ ਇੰਨੀ ਸਮੈਲ ਆਉਂਦੀ ਆ ਜਿਵੇਂ ਕਣਕ ਦੀ ਤਾਂ ਚਾਵਲ ਆਉਂਦੇ ਆ, ਗੰਦਾ ਸਮੈਲ ਜੀ ਹੋ ਜਾਂਦੀ ਆ ਤੇ ਅਸੀਂ ਤਾਂ ਉਸ ਸੜਕ ਦੀ ਮੰਗ ਕਰਦੇ ਪਏ ਆ ਵੀ ਇਹ ਸੜਕ ਸਾਡੀ ਬਣਾ ਦਿਓ। ਬੱਚੇ ਪ੍ਰੋਪਰਲੀ ਖੇਡ ਨਹੀਂ ਸਕਦੇ ਇੱਧਰ, ਇੰਨੀ ਗੰਦੀ ਸਮੈਲ ਹੈ। ਇੱਕ ਪਾਸੇ ਕਹਿੰਦੇ ਕਰੋਨਾ ਹੈ, ਠੀਕ ਹੈ, ਸਭ ਤੋਂ ਵੱਡਾ ਕਰੋਨਾ ਤਾਂ ਆਪਣੇ ਘਰ ਦੇ ਸਾਹਮਣੇ ਹੀ ਹੈ ਜਿਹੜਾ ਇਹਨਾਂ ਕੀਚੜ ਹੈਗਾ। ਸਾਡੀ ਦਾ ਡੇਂਗੂ ਹੈਗਾ, ਮਲੇਰੀਆ ਹੈਗਾ, ਘਰਾਂ 'ਚ ਕਹਿੰਦੇ ਫ੍ਰਿਜ ਸਾਫ਼ ਕਰਕੇ ਰੱਖੋ, ਪਾਣੀ ਨਾ ਭਰੋ, ਲੇਕਿਨ ਇਸ ਪਾਣੀ ਦਾ ਕੀ ਅਸੀਂ ਕਰੀਏ? ਇਹਦਾ ਤਾਂ ਕੋਈ ਇਲਾਜ ਹੈ ਨਹੀਂ। ਦੱਸੋ ਅਸੀਂ ਕੀ ਕਰ ਸਕਦੇ ਹਾਂ? ਸਮੈਲ ਮਾਰਦੀ ਹੈ ਨਾ ਜਿਹਦਾ ਹਿਸਾਬ ਕੋਈ ਨਹੀਂਗਾ। ਇੰਨੀ ਗੰਦਗੀ ਹੈ, 2 ਮਿੰਟ ਵੀ ਨਹੀਂ ਖੜਦੇ, ਸਾਹ ਐਂ ਘੁੱਟ ਦੋ, ਐਂ ਹਾਰਟ ਅਟੈਕ ਆਇਆ ਨੇ ਦੁਨੀਆ ਨੂੰ। ਘਰਾਂ ਦੀ ਸਫਾਈ ਦਾ ਜਾਂ ਫ੍ਰਿਜ ਅਸੀਂ ਸਾਫ਼ ਕਰ ਲਿਆ, ਉਹਦਾ ਮੱਛਰਾਂ ਨਾਲ ਬਚ ਜਾਾਂਗੇ। ਇਸ ਮੱਛਰ ਨਾਲ ਕਿਵੇਂ ਬਚਾਂਗੇ ਅਸੀਂ? ਤੁਸੀਂ ਬੱਚਿਆਂ ਵਾਲਾ ਤੁਸੀਂ ਪਰਿਵਾਰ ਤੋਂ ਸਾਰੇ, ਪਰ ਜਦੋਂ ਇੱਥੇ ਲੇਬਰ ਆਉਂਦੀ ਹੈ ਉਹਨਾਂ ਦਾ ਟਾਇਲਟ ਬਾਥਰੂਮ ਵੀ ਇੱਥੇ ਨੇ ਬਣੇ ਹੋਏ, ਉਸ ਚੀਜ਼ ਦੀ ਤੁਹਾਨੂੰ ਵੀ ਸਮੱਸਿਆ ਆਉਂਦੀ ਹੋਊਗੀ? ਹਾਂਜੀ ਬਿਲਕੁਲ ਆਉਂਦੀ ਹੈ ਜੀ, ਬਹੁਤ ਸਮੈਲ ਹੈ। ਤੁਸੀਂ ਜਾ ਕੇ ਦੇਖੋ, ਟੱਪ ਹੀ ਨਹੀਂ ਸਕਦੇ। ਐਸੀ ਸਪੋਰਟ ਤੁਸੀਂ ਉੱਧਰ ਜਾ ਕੇ ਇੱਕ ਵਾਰੀ ਦੇਖੋ, ਇੰਨੀ ਗੰਦੀ ਸਮੈਲ ਆਉਂਦੀ ਹੈ, ਖੜਾ ਹੋਣਾ ਮੁਸ਼ਕਿਲ ਹੈ ਸਰ। ਇਹ ਜਿਹੜੇ 1 ਮਿੰਟ ਸਰ ਜਾਣ ਉੱਥੇ, ਸਾਡੀ ਰਿਕੁਐਸਟ ਹੈ ਬਸ ਸਿਰਫ 1 ਮਿੰਟ ਜਾ ਕੇ ਖੜੇ ਹੋ ਜਾਣ। ਸਾਡੇ ਛੋਟੇ ਬੱਚੇ ਦਮੇ ਦੇ ਮਰੀਜ਼ ਬਣੇ ਪਏ ਆ, ਇੰਨੇ ਬੱਚਿਆਂ ਦੀ ਹਾਲਤ ਖਰਾਬ ਹੋਈ ਪਈ ਹੈ। 1 ਸਕਿੰਟ ਅਸੀਂ ਬਾਹਰ ਨਹੀਂ ਨਿਕਲ ਸਕਦੇ, ਲੇਡੀ ਸਾਰਾ ਦਿਨ ਅਸੀਂ ਅੰਦਰ ਰਹਿੰਦੇ। ਦੱਸੋ ਕਿੰਨੇ ਕੁ ਡਰ ਰਹੀ ਹੈ? ਦੇਖੋ ਬਿਲਕੁਲ ਘਰ ਦੇ ਸਾਹਮਣੇ ਇੰਨੀ ਝਾੜੀਆਂ, ਐਡੀਆਂ ਝਾੜੀਆਂ ਇਕੱਠੀਆਂ ਉਗਾਈਆਂ ਹੋਈਆਂ ਸੀਗੀਆਂ, ਠੀਕ ਹੈ। ਉਸ ਝਾੜੀਆਂ ਦੇ ਪਿੱਛੇ 2 ਆਦਮੀ ਨਸ਼ੇ ਕਰੀ ਜਾਂਦੇ ਸੀਗੇ। ਅਸੀਂ ਫਿਰ ਇਹ ਨਹੀਂ ਸੋਚਿਆ ਕਿ ਰੇਲਵੇ ਦੀ ਥਾਂ ਹੈਗੀ ਹੈ ਜਾਂ ਨਹੀਂ ਹੈਗੀ। ਅਸੀਂ ਕੀ ਕੀਤਾ, ਉਹ ਝਾੜੀਆਂ ਅਸੀਂ ਪੈਸੇ 5-6 ਘਰਾਂ ਜਾਂ 10 ਘਰ ਮੰਨ ਕੇ ਚੱਲੋ ਤੁਸੀਂ, ਅਸੀਂ 30,000 ਲਾ ਕੇ ਉੱਥੋਂ ਸਾਰਾ ਪਲੇਨ ਕਰਕੇ ਅਸੀਂ ਉਹਦੇ ਪੌਦੇ ਵਗੈਰਾ ਲਾਏ ਆ, ਤਾਂ ਕਿ ਘੱਟੋ ਘੱਟ ਜੋ ਇੱਥੇ ਆਦਮੀ ਨਸ਼ੇ ਕਰਦੇ ਆ ਉਹਨਾਂ ਤੋਂ ਤਾਂ ਸਾਨੂੰ ਛੁਟਕਾਰਾ ਮਿਲੇ। ਲੋਕੀ ਕੂੜਾ ਉਹ ਇੱਥੇ ਸਿੱਟ ਕੇ ਜਾਂਦੇ ਆ, ਗੰਦਗੀ ਦਾ ਸਾਰਾ ਇੱਧਰਲੇ ਪਾਸੇ ਘਰ ਹੋਇਆ ਪਿਆ। ਦੱਸੋ ਤੁਹਾਨੂੰ ਜਾਣਕਾਰੀ ਹੈ ਜਾਂ ਨਹੀਂ ਹੈ ਮੈਨੂੰ ਪਤਾ ਨਹੀਂ, ਪਰ ਕੁਝ ਬੰਦੇ ਕਹਿ ਰਹੇ ਆ ਕਿ ਜਿਹੜੀ ਪਰਲੇ ਪਾਸੇ ਮਾਲ ਗੱਡੀ ਜਿਹੜੀ ਲਾਈ ਹੋਈ ਆ ਜਾਣਬੁੱਝ ਕੇ ਲਾਈ ਆ ਕਿ ਵੱਡੇ ਅਧਿਕਾਰੀਆਂ ਦੀ ਪਰਲੇ ਪਾਸੇ ਨਿਗਾਹ ਨਾ ਪਵੇ। ਕਿਵੇਂ ਪਤਾ ਤੁਹਾਨੂੰ ਇਸ ਚੀਜ਼ ਦਾ? ਹਾਂਜੀ, ਉਹ ਲਗਾਉਂਦੇ ਹੀ ਨਹੀਂ, ਉਧਰ ਤੋਂ ਕੋਈ ਜਾਂਦਾ ਹੀ ਨਹੀਂ। ਜੋ ਵੀ ਕੋਈ ਅਫਸਰ ਆਉਂਦਾ ਇੱਧਰ ਦੇਖ ਕੇ ਚਲੇ ਜਾਂਦੇ। ਗੱਡੀ ਕਹਿੰਦੇ ਜਾਣ ਕੇ ਖੜਾਈਏ ਵੀ ਉਧਰ ਨਿਗਾਹ ਨਾ ਪਵੇ ਕਿਸੇ ਦਾ। ਹਾਂਜੀ ਹੋ ਸਕਦਾ, ਬਿਲਕੁਲ। ਹੁਣ ਵੀ ਖੜੇ ਆ ਜੀ, ਹੁਣ ਵੀ ਖੜੀਆਂ ਗੱਡੀਆਂ। ਅਸੀਂ ਆਹੀ ਸੋਚਦੇ ਸੀ ਗੱਡੀਆਂ ਖੜਿਆ ਗੱਡੀਆਂ ਸਾਫ਼ ਦੇਖਣਗੇ ਤਾਂ ਕਿਵੇਂ ਦੇਖਣਗੇ ਉਧਰ ਗੰਦਗੀ ਹੈਗੀ ਆ। ਤੁਹਾਡੇ ਆਫੀਸਰ ਜਿਹੜੇ ਆਏ ਹੋ ਨਾ, ਉਹਨਾਂ ਨੂੰ ਤੁਸੀਂ ਲੈ ਕੇ ਉੱਥੇ ਚੱਲੋ, ਤੁਸੀਂ ਹਾਲ ਦੇਖੋ ਸੜਕ ਦਾ, ਇੱਕ ਵਾਰ ਤੁਹਾਨੂੰ ਸਾਰਾ ਪਤਾ ਲੱਗ ਜੂਗਾ ਵੀ ਕੀ ਗੰਦਗੀ ਪਈ ਹੋਈ। ਤੁਹਾਡੀ ਗੱਲ ਜ਼ਰੂਰ ਉਹਨਾਂ ਕੋਲ ਰੱਖਾਂਗੇ, ਪਰ ਤੁਹਾਨੂੰ ਲੱਗਦਾ ਫਿਰ ਇਹ ਗੱਡੀ ਜਾਣ ਕੇ ਲਾਈ ਗਈ ਪਰਲੇ ਪਾਸੇ? ਹੋ ਸਕਦਾ, ਹਾਂਜੀ ਜਾਣ ਕਰਕੇ ਲਾਈਏ, ਹੋ ਸਕਦਾ ਜਾਣ ਕਰਕੇ ਲਗਾਈ ਹੈ। ਸਾਹਮਣੇ ਇਹ ਸਾਰੀ ਲੇਡੀਜ਼ ਉਧਰ साइड दी है। 1 मिनट कब घर से बाहर नहीं निकल सका, 1 मिनट भी, क्योंकि कुछ तो लेबर बैठ जाए, कुछ गंदगी ज्यादा तो बाहर नहीं निकल सका। नहीं कोई ਉਹ ਸਾਡਾ ਨਿਕਲਣਾ ਮੁਸ਼ਕਿਲ ਹੋ ਜਾਂਦਾ। ਦੱਸੋ ਮੈਡਮ ਵੀ ਆਏ ਸੀਗੇ ਪਿਛਲੀ ਵਾਰੀ, ਹੁਣ ਤੇ ਇਧਰੋਂ ਬਿਉਰਾ ਤੱਕ ਕੇ ਚਲੇ ਗਏ, ਪਰਲੀ ਸੜਕ ਤੇ ਕੋਈ ਧਿਆਨ ਨਹੀਂ ਦਿੱਤਾ ਜੀ। ਮੈਡਮ ਆਏ ਜੀ, ਜਿਹੜੇ ਐਮਸੀ ਬਣੇ ਸੀਗੇ, ਜਿਹੜੇ ਹੁਣ ਐਕਸਪਾਇਰ ਹੋਏ ਆ, ਉਹਨਾਂ ਦੇ ਬੇਟੇ ਦੀ ਬਹੂ ਹੈ, ਠੀਕ ਹੈ। ਜਦੋਂ ਵੋਟਾਂ ਵਗੈਰਾ ਪਈਆਂ ਸੀ ਸਾਡੀ ਉਹਨਾਂ ਨਾਲ ਮੈਂ ਗੱਲਬਾਤ ਕਰਦਾ। ਤੁਸੀਂ ਗੱਡੀ ਮਾੜੀ ਵਿੱਚੋਂ ਦੀ ਜਾ ਕੇ ਗੱਡੀ ਦਿਖਾਓ, ਪਰਲੇ ਪਾਸੇ ਜਿਹੜੀ ਟ੍ਰੇਨ ਲਾਈ ਹੋਈ ਹੈ ਮਾਲ ਗੱਡੀ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਜਾਣ ਬੁੱਝ ਕੇ ਜਿਹੜਾ ਹੈਗਾ ਕਹਿੰਦੇ ਆ ਕਿ ਗੱਡੀ ਖੜਾਈ ਗਈ ਹੈ ਕਿ ਵੱਡੇ ਅਧਿਕਾਰੀਆਂ ਦੀ ਪਰਲੇ ਪਾਸੇ ਨਿਗਾਹ ਨਾ ਪਵੇ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਟ੍ਰੇਨ ਜਿਹੜੀ ਹੈਗੀ ਹੈ ਖੜਾਈ ਗਈ ਹੈ ਕਿਉਂਕਿ ਇਹਦੀ ਪਰਲੀ ਸਾਈਡ ਕਾਫੀ ਗੰਦਗੀ ਹੈ। ਸੋ ਉਸ ਸਾਈਡ ਹੀ ਜਿਹੜੇ ਲੇਡੀਜ਼ ਖੜੀਆਂ ਇਹ ਉਸ ਸਾਈਡ ਹੀ ਰਹਿਣ ਵਾਲੀਆਂ ਲੇਡੀਜ਼ ਹੈ। ਸੋ ਇਹ ਗੱਡੀ ਦਾ ਇੱਕ ਓਲਾ ਬਣਾਇਆ ਕਿ ਅਫਸਰਾਂ ਦਾ ਧਿਆਨ ਨਾ ਪਵੇ। ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਫੋਟੋ ਵੀ ਖਿੱਚ ਕੇ ਲਿਆਓ, ਸਾਹਮਣੇ ਪਾਣੀ ਜਿਹੜਾ ਮੰਦਰ ਵਾਲੀ ਰੋਡ ਨਾ ਉਧਰਲੇ ਪਾਸੇ ਜਾਓ ਤੁਸੀਂ। ਜਿਹੜੀ ਫਸਟ ਲਾਈਨ ਬਣ ਇੱਕ ਤਾਂ ਇਹ ਵਾਲੀ ਹੈਗੀ ਰੋਡ, ਇੱਕ ਤਾਂ ਆਹ ਕੱਚੀ ਰੋਡ, ਉਹਦੇ ਪਿੱਛੇ ਨੂੰ ਜਾਓ ਨਾ। ਜਿੱਥੇ ਇਹਨਾਂ ਦਾ ਘਰ ਹੈ, ਸਾਡੇ ਸਭ ਦਾ ਘਰ ਹੈ, ਉੱਥੇ ਜਾਓ ਤੁਸੀਂ। ਇਸ ਜਿੱਥੇ ਰਾਧਾ ਕ੍ਰਿਸ਼ਨ ਮੰਦਿਰ ਹੈ, ਜਿੱਥੇ ਰਾਧਾ ਕ੍ਰਿਸ਼ਨ ਮੰਦਿਰ ਹੈ, ਉਹਦੀ ਫਸਟ ਪਟਰੀ ਹੈ, ਉਧਰਲੇ ਪਾਸੇ ਕਹਿ ਰਹੇ ਆ। ਜਿਹੜੀ ਸਪੈਸ਼ਲ ਉਤਰਦੀ ਹੈ ਉਹਦੇ ਬਿਲਕੁਲ ਤੁਸੀਂ ਫਰੰਟ ਦੇਖ ਲਿਓ, ਪੂਰਾ ਗੰਦ ਮਚਿਆ ਪਿਆ। ਹੁਣ ਜਿਹੜੇ ਵੱਡੇ ਅਧਿਕਾਰੀ ਆਏ ਤੁਸੀਂ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਉੱਥੇ ਅੰਦਰ ਬੈਠੇ ਜੀ? ਬਟ ਸਾਨੂੰ ਪਤਾ ਨਹੀਂ ਲੱਗਦਾ ਸੀ ਕਦੋਂ ਵੱਡੇ ਅਧਿਕਾਰੀ ਆਏ, ਕਦੋਂ ਚਲੇ। ਜਿਵੇਂ ਤੁਸੀਂ ਕਹਿ ਰਹੇ ਹੋ, ਇੱਥੇ ਟਰੱਕ ਖੜੇ ਹੁੰਦੇ ਆ, ਇਧਰਲੇ ਪਾਸੇ ਆਉਂਦੇ ਆ, ਇਧਰੋਂ ਹੀ ਹੋ ਕੇ ਅੱਗੇ ਚਲੇ ਜਾਂਦੇ ਆ।
ਸਾਡਾ ਘਰ ਅਗਲੇ ਪਾਸੇ ਰਹਿ ਜਾਂਦਾ। ਸਰ ਪਲੀਜ਼ ਰਿਕੁਐਸਟ ਹੈ, ਸਾਡਾ ਇਧਰਲਾ ਪਾਸੇ ਕੋਈ ਸੋਲੂਸ਼ਨ ਕਰੋ। ਬਾਈ ਜੀ ਕਿਸ ਤਰ੍ਹਾਂ ਦੀ ਮੰਗਾਂ? ਅਸੀਂ ਲੇਬਰ ਯੂਨੀਅਨ ਦੇ ਬੰਦੇ ਆ ਜੀ। ਸਾਡੀ ਇੱਕ ਤਾਂ ਪਲੇਟੀ ਦਾ ਬਹੁਤ ਬੁਰਾ ਹਾਲ ਆ ਜੀ। ਜਦੋਂ ਗੱਡੀ ਕੋਈ ਆਉਂਦੀ ਖੁੱਭ ਜਾਂਦੀ, ਬਹੁਤ ਬੁਰਾ ਹਾਲ ਆ। ਇੱਕ ਸਾਨੂੰ ਇੱਥੇ ਪਾਣੀ ਦੀ ਸਟੇਸ਼ਨ ਤੇ ਕੋਈ ਸਹੂਲਤ ਨਹੀਂ ਜੀ। ਅਸੀਂ ਇੱਕ ਲੈਟਰਿੰਗ ਪਾਣੀ ਦੀ ਸਾਨੂੰ ਕੋਈ ਸਹੂਲਤ ਨਹੀਂ ਉੱਥੇ ਜੀ। ਅਸੀਂ ਇਹ ਸਾਰੀ ਲੇਬਰ ਵਾਲੇ ਇਕੱਠੇ ਹੋ ਕੇ ਆਪਦਾ ਇਹ ਗੱਲਬਾਤ ਕਰਨਾ ਚਾਹੁੰਦੇ ਵੀ ਅਫਸਰ ਨੂੰ ਮਿਲ ਕੇ ਵੀ ਸਾਡੀ ਕੋਈ ਸਹੂਲਤ ਸੁਣੀ ਜਾਵੇ, ਸਾਡੀ ਪਲੇਟੀ ਬਣ ਜੇ। ਜਿਹੜੇ ਅਸੀਂ ਇੰਨੇ ਦੁਖੀ ਹੁੰਨੇ ਆ ਵਿਚਾਰੇ, ਟਰੱਕਾਂ ਵਾਲੇ, ਲੇਬਰ ਸਾਰੇ ਦੁਖੀ ਹੋ ਰਹੇ ਆ। ਜਿਹੜੀ ਪਲੇਥੀ ਕਿੰਨੇ ਕੁ ਸਾਲਾਂ ਦੀ ਆਈਡੀਆ? ਪਲੇਟੀ ਘੱਟੋ ਘੱਟ 10-12 ਸਾਲ ਦੀ ਆਈ ਹੈ ਜੀ। ਅੰਗਰੇਜ਼ਾਂ ਮੌਕੇ ਦੀ ਲਾ ਲਓ, ਸਮਝ ਲਓ ਉਦੋਂ ਦੀ ਆਈ। ਪੈ ਜਾਂਦਾ ਉਦੋਂ ਐਂ ਹੋ ਜਾਂਦਾ ਜੀ, ਸਾਨੂੰ ਵੀ ਚੱਕੜ ਵਿੱਚ ਵੜਨਾ ਪੈਂਦਾ, ਜਿਵੇਂ ਸਾਡੇ ਬੂਟ ਪਾਏ ਹੁੰਦੇ ਨਕਲੀ, ਐਂ ਹੋ ਜਾਂਦਾ ਜੀ। ਵਹੀਕਲ ਸਾਡੇ ਲੰਘਦੇ ਨਹੀਂ, ਉਹ ਖੁੱਭ ਜਾਂਦੇ ਜੀ। ਐਂ ਕਰਕੇ ਸਾਡੀ ਸਮੱਸਿਆ ਸੋਲਵ ਕਰੋ ਜੀ, ਜਾ ਕੇ ਵੇਖ ਲਓ ਜੀ ਇਹ ਸਮੱਸਿਆ ਸਾਡੀ। ਤੁਸੀਂ ਵੱਡੇ ਅਧਿਕਾਰੀ ਆਏ ਸੀ, ਤੁਹਾਡੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਆ? ਨਹੀਂ ਹਜੇ ਕੋਈ ਨਹੀਂ ਹੋਈ ਜੀ, ਤੇ ਮਿਲਣ ਆਏ ਜੀ। ਉਹ ਤਾਂ ਵਾਪਸ ਚੱਲੇ? ਹਾਂ ਜੀ, ਜੇ ਸਾਨੂੰ ਮਿਹਨਤ ਹੋ ਜੇ ਚੈੱਕ ਕਰ ਲਓ। ਹਾਂ ਜੀ, ਸਾਡੀ ਤਾਂ ਮਿਹਨਤ ਉਹਨਾਂ ਅੱਗੇ ਵੀ ਮਾੜੇ ਸਾਰੇ ਭਲਾ ਬਕਸੇ ਖੜ ਕੇ ਦੇਖ ਲਓ ਪਰਲੇ ਪਾਸੇ ਵੀ ਕੀ ਹਾਲ ਆ। ਉਹ ਤਾਂ ਵਾਪਸ ਚੱਲੇ ਆ? ਵਾਪਸ ਲਿਆਉਣਾ ਬੇਨਤੀ ਹੈ ਕਿ ਕਰਨੀ। ਉਹ ਤਾਂ ਵੇਖਦੇ ਆਪਾਂ ਗੱਲਬਾਤ ਕਰਦੇ ਆ। ਕੋਲੇ ਇਹਨਾਂ ਨੂੰ ਕਰੋ ਗੱਲ ਇਹਨਾਂ ਨਾਲ। ਅਸੀਂ ਅਫਸਰ ਨੂੰ ਜੀ ਮਾੜੇ ਮਿਲਣਾ ਚਾਹੁੰਦੇ ਸੀ। ਇਹਨਾਂ ਨਾਲ ਗੱਲ ਕਰੋ, ਇਹ ਮਿਲਣਾ ਚਾਹੁੰਦੇ ਉਹਨਾਂ ਨੂੰ? ਸਰ ਜੀ ਅਸੀਂ ਮਿਲਣਾ ਚਾਹੁੰਦੇ। ਇਹ ਸਾਡੀ ਪਲੇਟੀ ਦਾ ਬਹੁਤ ਬੁਰਾ ਹਾਲ ਆ ਜੀ। ਸਾਡੀ ਤਾਂ ਬੇਨਤੀ ਵੀ ਉੱਧਰ ਆ ਕੇ ਦੇਖ ਲੈਣ ਇੱਕ ਵਾਰੀ, ਬਹੁਤ ਬੁਰਾ ਹਾਲ ਆ ਜੀ। ਅਸੀਂ ਪੱਲੇਦਾਰ ਬੰਦੇ ਆ ਜੀ। ਹਾਂਜੀ ਠੀਕ ਹੈ ਜੀ। ਇੱਥੇ ਲੋਕਲ ਹੀ ਰਹਿੰਦੇ, ਵੈਸੇ ਤੁਹਾਡਾ ਦਰਦ ਸਮਝਦੇ ਆ, ਪਰ ਫੇਰ ਵੀ ਚਲੋ ਆਏ ਸੀਗੇ ਸਾਹਿਬ ਜੀ, ਉਦੋਂ ਵੀ ਨਹੀਂ ਗੱਲ ਸੁਣੀਗੀ ਸਾਡੀ ਕਿਸੇ ਨੇ। ਅੰਗਰੇਜ਼ਾਂ ਵੇਲੇ ਦੀ ਪਲੇਥੀ ਬਣੀ ਹੋਈ ਆ ਨਾ, ਉੱਥੇ ਪਾਣੀ ਪੀਣ ਨੂੰ ਵੀ ਹੈ ਨਹੀਂ, ਟਾਇਲਟ ਬਾਥਰੂਮ ਜਾਣ ਨੂੰ ਜਗ੍ਹਾ ਕੋਈ ਜਗ੍ਹਾ ਨਹੀਂ ਜੀ, ਕੋਈ ਨਹੀਂ ਸਹੂਲਤ ਸਾਨੂੰ ਜੀ। ਅਸੀਂ ਇੱਥੇ ਬੁੱਢੇ ਹੋ ਕੇ ਕੰਮ ਕਰਦੇ ਜੀ। ਸੋ ਤੁਸੀਂ ਦੇਖ ਸਕਦੇ ਹੋ ਕਿ ਲੇਬਰ ਵਾਲੇ ਆ ਨਾਲ ਹੀ ਜਿਹੜੇ ਹੈਗੇ ਆ, ਲੋਡਿੰਗ ਅਨਲੋਡਿੰਗ ਜਿਹੜੀ ਹੈਗੀ ਆ ਟ੍ਰੇਨ ਨੂੰ ਇੱਥੇ ਕੀਤਾ ਜਾਂਦਾ ਹੈ। ਪੱਲੇਦਾਰ ਇਹ ਇਹਨਾਂ ਦੀਆਂ ਮੰਗਾਂ ਕਿ ਜਦੋਂ ਦੀ ਇਹ ਜਿਹੜਾ ਹੈਗਾ ਇੱਥੇ ਲੇਬਰ ਦਾ ਕੰਮ ਚੱਲਦਾ, ਇੱਥੇ ਕੋਈ ਟਾਇਲਟ ਬਾਥਰੂਮ ਨਹੀਂ ਆਇਆ। ਸੋ ਦੇਖਣਾ ਹੋਵੇਗਾ ਕਿ ਰੇਲਵੇ ਦੇ ਵੱਡੇ ਅਧਿਕਾਰੀ ਇੱਥੇ ਪਹੁੰਚੇ ਆ, ਇਹਨਾਂ ਗਰੀਬਾਂ ਦੀ ਕੋਈ ਗੱਲ ਸੁਣੂ ਜਾਂ ਨਹੀਂ ਸੁਣੂਗਾ, ਇਹ ਤਾਂ ਹੁਣ ਸਮਾਂ ਹੀ ਦੱਸੇਗਾ। बताएंगे तो सही, पर जो बातचीत करनी है हमने वो तो करनी है ना सर। जो फेस टू फेस उन्होंने टॉकिंग करनी है हमने वो तो करनी है ना। आपको स्पेशली बुलाया जाएगा? सर मीडिया क्यों रोक रखा है, हमें ये तो बता दो। मीडिया को रोक रखा है, शहरवासी बात कर रहे हैं, हमें तो बीच में तो कुछ पता तो चले क्या बातचीत हो रही है। सुनील जी एक मिनट सर, ये तो कोई बात नहीं है ना सर। जो शहरवासी बात करें, हमें तो पता चले क्या बात हो रही है, हमें तो नहीं रोकना चाहिए ना सर। एसोसिएशन जो उनकी टॉकिंग हो रही है बाई फेस, हमें वो तो पता चले क्या बात हो रही है। तो सर हम हमें जाने दो, क्यों रोक रहे हैं सर हमें? सर ये तो कोई बात नहीं है कोई। सर कोई है ही नहीं, इलेक्ट्रॉनिक तो अकेला हूँ मैं, कोई भी नहीं है और सर मेरे साथ है ये कैमरा मैन है मेरा, कोई भी नहीं है और सर ये तो गलत बात है ना फिर। सर जो शहरवासी अभी टॉकिंग कर रहे हैं तो वो तो हमें नहीं मिलेगी ना बाद में। आवाजा मारी ना, आवाज नहीं सुनता पाया तो यार ਗੱਲਬਾਤ ਕਰਦੇ ਹਾਂ। ਸਰ ਅੱਜ ਦਾ ਤੁਹਾਡਾ ਵਿਜ਼ਿਟ ਜਿਹੜਾ ਹੈਗਾ ਕੀ ਹੈ ਮੇਨ ਮਕਸਦ? देखिए ऐसा हम लोग डिविजन्स में इंस्पेक्शन करते हैं, जिसमें सभी पहलुओं का, जैसे सेफ्टी, ट्रेन ऑपरेशन, पैसेंजर फैसिलिटीज़, कंस्ट्रक्शन वर्क्स या दूसरी और जो ऑपरेशनल फैसिलिटीज़ हमको ऐड करनी होती हैं, उन सब के बारे में इंस्पेक्शन और चर्चा करके निर्णय करते हैं। तो ये इसी क्रम में यहाँ पे फिरोजपुर डिवीज़न में फिरोजपुर से फजिल्का से कोटकपूरा और फिर वापस फिरोजपुर सेक्शन का इंस्पेक्शन आज रखा है। अभी शहरवासियों की आपसे बात हुई है तो क्या उनकी क्या रिक्वायरमेंट है उनकी? देखिए उनकी जो रिक्वायरमेंट है ट्रेन की और गुड शेड के आसपास जो रोड में पानी भरने की रिक्वायरमेंट है, वो हम लोगों ने नोट कर लिया। उसमें हम लोग उसे इंस्पेक्ट करके फिर देखेंगे उसमें क्या करना है। जहाँ तक एडिशनल ट्रेन या ट्रेन स्टॉपेजेस की बात है, उसमें हम लोगों को कमर्शियल और टेक्निकल जस्टिफिकेशन देखने के बाद उस पर यदि फिजिबल होगी और आवश्यकता होगी तो फिर रेलवे बोर्ड को प्रस्ताव भेजा जाएगा। कोई डबल लाइन प्रोविजन है जो बठिंडा से? देखिए सर, डबल लाइन ट्रेन के लोड पे डिपेंड करती है। वर्तमान ट्रेन के लोड के लिए जो इंफ्रास्ट्रक्चर है वो पर्याप्त है।
अब जब कोई बड़ा अधिकारी होता है तभी क्यों स्टेशन के ऊपर सफाई होती है, वैसे अदरवाइज सफाई नहीं होती? जैसे वहाँ डस्टबिन पड़े हैं या कोई भी सफाई किया, अभी कल ही वहाँ फेंकी गई है, जब ये कोई बड़ा अधिकारी आता है उसी टाइम ही होता है, वैसे क्यों नहीं होता? देखिए, स्टेशन पे साफ सफाई नियमित तौर पे होती है और ये हमें लगता है कि थोड़ा बहुत हो सकता है लोगों को थोड़ा जागरूकता बढ़ जाएगी तो और अच्छी हो जाएगी। इसमें आप भी अपना मीडिया के माध्यम से लोगों में थोड़ा जागरूकता बढ़ाने की चेष्टा करें, जिससे लोग साफ सफाई मेंटेन करने में हम लोगों का सहयोग करें। बिल्कुल, शहर वासियों को भी ज़्यादा ज़रूरी है ये चीज़ ध्यान में रखने के लिए। लेकिन जब आप अपने कैमरे से मूवी बना सकते हो, जो वहाँ डस्टबिन पड़े हैं आपके जाने के बाद वो नहीं मिलेंगे वहाँ। अब हमने देखा नहीं, क्योंकि आप लोग फौरन उतरते ही आप लोग आ गए थे चर्चा करने के लिए। थोड़ा समय देते तो हम देख पाते। अब देखेंगे, आप जो बता रहे हैं उसे देखेंगे, यदि उसमें कुछ आवश्यकता है सुधार की जरूर करेंगे। सर, जनता एक्सप्रेस बंद है कब? 1978 की बंद है, हमें जैसा कुछ थोड़े पहले बताया। और 78 में तो चली थी, कोरोना के बाद बंद रही। वो एग्जामिन करेंगे। देखिए, ऐसा है, यहाँ पे 1200 टिकट की आसपास की सेल है, तो उसी अनुपात में जो ट्रेन की भी फैसिलिटीज़ दी जाती हैं। आप भी नहीं चाहेंगे कि हम जो है राष्ट्रीय संपदा को व्यर्थ करें और ट्रेन खाली दौड़ाएं। तो इस हिसाब से जो यहाँ पे टिकट सेल है उसके अनुपात में हम लोग उसका अध्ययन करेंगे। यदि आवश्यकता होगी तो प्रस्ताव रेलवे बोर्ड भेजा जाएगा। एक सर, छिंदवाड़ा एक्सप्रेस है जो, उसकी दिल्ली से चलने वाली टाइमिंग जो चेंज हुआ उसकी लोगों को बड़ी दिक्कत है, क्योंकि 3:30 चलती है वो। देखिए, ऐसा है, स्पीडिंग अब जब होती है ट्रेन की तो कहीं पे वो रात में पहुंचती थी, अब कहीं और रात में पहुंचेगी। तो आपके अनुसार तो हमें स्पीडिंग अब नहीं करनी चाहिए, ऐसा तो नहीं हो सकता ना। यदि रेलवे को आगे प्रगति करनी है तो हमें कुछ जो गाड़ी अभी 110 पे चला रहे हैं वो 130 पे चलाएंगे, फिर थोड़े दिन बाद उनको 160 पे भी चलाएंगे, तो समय में परिवर्तन तो होगा। तो ट्रेन में लॉन्ग डिस्टेंस तो यदि हमें तो फिर हमें 6 घंटे खड़ी करनी पड़ेगी। ये तो हमें जल्दी थी, अब 3:30 चलती भाई, एक ही गाड़ी एक स्टेशन की नहीं चलाई जाती है। तो आप मीडिया वाले हो, आपको समझना पड़ेगा कि गाड़ी जो लंबे डिस्टेंस पे जा रही है वो उसमें ये नहीं हो सकता कि सब जगह वो 7 बजे पहुंचे, संभव नहीं है। ये तो आप जो कह रहे हैं वो बिल्कुल संभव नहीं है। चलिए, फिलहाल ਤੁਸੀਂ देख सकते हो कि जो पहुंचे है उन्होंने नाल सवाल जवाल किए। सो ये गल्लां ਜਿਹੜੀਆਂ ਹੈਗੀਆਂ ਅਸੀਂ ਜ਼ਰੂਰ ਕੀਤੀਆਂ ਕਿ ਜਦੋਂ ਕੋਈ ਵੱਡਾ ਅਧਿਕਾਰੀ ਸਟੇਸ਼ਨ ਤੇ ਪਹੁੰਚਦਾ ਤੇ ਉਸ ਟਾਈਮ ਜਿਹੜਾ ਹੈਗਾ ਕਿਉਂ ਸਫਾਈ ਅਭਿਆਨ ਚਲਾਇਆ ਜਾਂਦਾ। ਸੋ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਧਿਆਨ 'ਚ ਜ਼ਰੂਰ ਕਰਵਾਇਆ, ਸੋ ਇਸ ਚੀਜ਼ ਨੂੰ ਜ਼ਰੂਰ ਵੇਖਿਆ ਜਾਊਗਾ। ਔਰ ਤੁਸੀਂ ਦੇਖ ਸਕਦੇ ਹੋ ਕਿ ਫਿਲਹਾਲ ਉਹਨਾਂ ਨੇ ਰੇਲਵੇ ਸਟੇਸ਼ਨ ਦੇ ਉੱਪਰ ਜਿਹੜਾ ਹੈਗਾ ਇੱਕ ਰਾਊਂਡ ਜਿਹੜਾ ਜ਼ਰੂਰ ਲਾਣਾ। ਤੁਸੀਂ ਇਹਨਾਂ ਚੀਜ਼ਾਂ ਨੂੰ ਦੇਖ ਲਓ, ਤੁਸੀਂ ਇਹ ਚੀਜ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਚੀਜ਼ਾਂ ਦਾ ਜਿਹੜਾ ਹੈ ਪ੍ਰਦਰਸ਼ਨ ਇੱਥੇ ਕੀਤਾ ਗਿਆ। ਪਰ ਜਦੋਂ ਵੱਡੇ ਅਫਸਰ ਇੱਥੋਂ ਚਲੇ ਜਾਂਦੇ ਉਸ ਤੋਂ ਬਾਅਦ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਵਿਖਾਈ ਨਹੀਂ ਦਿੰਦੀਆਂ। ਸ਼ਹਿਰ ਵਾਸੀ ਸਾਡੇ ਨਾਲ ਜੁੜੇ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੀਆਂ ਮੰਗਾਂ ਜਿਹੜੀਆਂ ਰੱਖੀਆਂ ਗਈਆਂ, ਕਿਸ ਤਰ੍ਹਾਂ ਦੀ ਮੰਗਾਂ ਰੱਖੀਆਂ ਗਈਆਂ ਤੁਹਾਡੀਆਂ? ਸਾਡੀ ਲੋਕਲ ਮੰਗਾਂ ਦੇ ਅੰਦਰ ਕੰਟੀਨ ਸੀਗੀ ਇੱਕ ਜੀ, ਇੰਡੀਕੇਸ਼ਨ ਮਾਰਕ ਸੀ, ਰੈਂਪ ਦੇ ਦੇਣ, ਲਿਫਟ ਦੇ ਦੇਣ ਜੀ, ਤੇ ਕੁਝ ਸਫਾਈ ਦਾ ਸੀਗਾ, ਕੁਝ ਸਾਡੇ ਜਿਹੜੇ ਅਵਾਰਾ ਪਸ਼ੂ ਫਿਰਦੇ ਹੈਗੇ ਆ ਇਹ ਹੈਗੇ ਆ, ਟਿਕਟ ਖਿੜਕੀ ਨਹੀਂ ਟਾਈਮ ਸਿਰ ਖੁੱਲ੍ਹਦੀ ਇਹ ਸੀਗਾ। ਇੱਕ ਜਿਹੜਾ ਰੇਲਵੇ ਰੋਡ ਤੋਂ ਜਿਹੜਾ 80% ਆਬਾਦੀ ਸ਼ਹਿਰ ਦੀ ਇਸ ਤਰਫ ਰਹਿੰਦੀ ਆ, ਤੇ ਜਿਹੜੇ ਸਾਡੇ ਅਫਸਰ ਹੈਗੇ ਆ ਉਹ ਇਹਨਾਂ ਨੂੰ ਇਹ ਜਿਹੜਾ ਹੈਗਾ ਮੁਕਤਸਰ ਰੋਡ ਵਾਲੇ ਪਾਸੇ ਨੂੰ ਮੇਨ ਸੜਕ ਮੰਨ ਰਹੇ ਹੈਗੇ ਆ। ਅਸੀਂ ਕਹਿੰਦੇ ਵੀ ਟਿਕਟ ਵਿੰਡੋ ਉਧਰ ਦੇ ਵੇਟਿੰਗ ਰੂਮ ਹੋਇਆ ਤੇ ਜਿਹੜਾ ਹੈਗਾ ਪਾਰਕਿੰਗ ਉਧਰਲੇ ਪਾਸੇ ਜਾਵੇ, ਫੇਰ ਤੁਹਾਡੀ ਗੱਲ ਬਣੂਗੀ। ਜੀਐਮ ਸਾਹਿਬ ਜੀ ਆਏ, ਬਹੁਤ ਵਧੀਆ ਬੰਦੇ ਹੈਗੇ ਆ ਤੇ ਫਰੋਕ ਦਿੱਲੀ ਹੈਗੇ ਆ, ਉਹ ਦੇ ਕੇ ਜਾਣਗੇ। ਮੈਡਮ ਨੇ ਵੀ ਯੈਸ ਕਰਤੀ ਹੈਗੀ ਆ। ਡਿਸਪਲੇ ਇੰਡੀਕੇਸ਼ਨ ਮਾਰਕ ਜਿਹੜੇ ਹੈਗੇ ਉਹ ਕਹਿੰਦੇ ਮਿਲ ਜੇਗਾ, ਤੇ ਅਸੀਂ ਆਭਾਰੀ ਹੋਵਾਂਗੇ ਜੇ ਦੇਣਗੇ ਤਾਂ, ਕਿਉਂਕਿ ਰੇਲਵੇ ਜਿਹੜੀ ਅਪ ਹੋਊਗੀ ਲੋਕਾਂ ਦੇ ਵਿੱਚ ਜਿਹੜਾ ਹੈਗਾ ਵਿਸ਼ਵਾਸ ਜਾਊਗਾ ਤੇ ਲੋਕ ਜਿਹੜੇ ਹੈਗੇ ਰੇਲਵੇ ਦੇ ਨਾਲ ਤਾਂ ਵੈਸੇ ਜੁੜੇ ਹੋਏ ਆ। ਜਿਹੜਾ ਆਸ਼ਵਾਸਨ ਦਿੱਤਾ ਵਕੀਲ ਸਾਹਿਬ, ਤੁਹਾਨੂੰ ਕੀ ਲੱਗਦਾ ਕਿ ਉਸ ਇਹਨਾਂ ਨੇ ਜਿਹੜਾ ਸਾਡੀ ਗੱਲਬਾਤ ਜਿਹੜੀ ਹੋਈ ਹੈ 10 ਮਿੰਟ ਉਹ ਬੜੇ ਅੱਛੇ ਮਾਹੌਲ 'ਚ ਹੋਈ ਹੈ, ਬੜੀ ਨਾਈਸ ਮੀਟਿੰਗ ਸੀਗੀ। ਉਹਨਾਂ ਨੇ ਸਾਡੀ ਸਾਰੀ ਜਿਹੜੀ ਮੈਂਬਰਾਂ ਨੂੰ ਗੱਲਾਂ ਲਿਖੀਆਂ ਸੀਗੀਆਂ ਉਹ ਚੈੱਕ ਕੀਤੀਆਂ, ਦੇਖੀਆਂ। ਬਾਕੀ ਆਸ਼ਵਾਸਨ ਦਵਾਇਆ ਕਿ ਮੈਂ ਇਹਨੂੰ ਹੈੱਡਕੁਆਟਰ ਤੇ ਜਾ ਕੇ ਸਾਰਾ ਦੇਖੂੰਗਾ, ਜੋ ਵੀ ਫੀਜ਼ੀਬਿਲਿਟੀ ਜਾਂ ਲੱਗਦਾ ਹੈ ਵੀ ਇਹ ਵਾਇਬਿਲਿਟੀ ਠੀਕ ਹੈਗੀ ਇਹਦੀ, ਤਾਂ ਉਹਨਾਂ ਨੇ ਕਿਹਾ ਸੀ ਇਹਨੂੰ ਹੱਲ ਕਰਾਂਗੇ ਤੁਹਾਡੇ ਮਸਲੇ ਨੂੰ। ਉਹਦੇ 'ਚ ਸਾਡੀਆਂ ਮੇਨ ਮੰਗਾਂ ਸੀ ਕਿ ਹਰਿਦੁਆਰ ਵਾਸਤੇ, ਨਾਂਦੇੜ ਵਾਸਤੇ ਨਵੀਂ ਟ੍ਰੇਨਾਂ, ਔਰ 3 ਟ੍ਰੇਨਾਂ ਇਸ ਤਰ੍ਹਾਂ ਦੀਆਂ ਬੜੀਆਂ ਸੁਪਰ ਫਾਸਟ ਟ੍ਰੇਨਾਂ ਹੈ ਜੋ ਕਿ ਅਸੀਂ ਚਾਹੁੰਦੇ ਹਾਂ ਕਿ ਵੀ ਇਹ ਰੇਲਵੇ ਜੰਕਸ਼ਨ ਹੋਣ ਦੇ ਨਾਤੇ ਤਾਂ ਸਟਾਪੇਜ ਹੋਣਾ ਜ਼ਰੂਰੀ ਹੈ ਇੱਥੇ, ਠੀਕ ਹੈ ਨਹੀਂ। ਉਹ ਸਟਾਪੇਜ ਹੋਊਗਾ ਤਾਂ ਇਹ ਕਹਿੰਦੇ ਵੀ ਕਮਰਸ਼ੀਅਲ ਵਾਇਬਿਲਿਟੀ ਦੇਖਣੀ ਹੈ, ਜੇ ਉਹ ਦੇਖਣੀ ਹੈ ਤਾਂ ਜੇ ਕੋਈ ਸਟਾਪੇਜ ਆਊਗੀ ਤਾਂ ਕੁਝ ਲੋਕ ਉਤਰਨਗੇ ਤਾਂ ਕੁਝ ਚੜ੍ਹਨਗੇ ਵੀ, ਤਾਂ ਉਹਦੇ ਨਾਲ ਤਾਂ ਕੁਦਰਤੀ ਗੱਲ ਹੈ ਜਿਹੜਾ ਰੈਵਨਿਊ ਵਧੂਗਾ ਇਹਨਾਂ ਦਾ। ਇਸ ਤੋਂ ਇਲਾਵਾ ਅਸੀਂ ਲੋਕਲ ਡਿਮਾਂਡ ਰੱਖੇ ਸੀ ਵੀ ਜਿਸ ਤਰ੍ਹਾਂ 6 ਸਾਲ ਤੋਂ ਕੰਟੀਨ ਬੰਦ ਪਈ ਹੈ, ਤਾਂ ਅਸੀਂ ਇਹਨਾਂ ਨੂੰ ਅੱਜ ਸੁਝਾਅ ਇਹ ਦਿੱਤਾ ਕਿ ਵੀ ਇੱਕ ਸਿੰਪਲ ਇੱਕ ਜਸਟ ਲਾਈਕ ਜੋ ਟੋਫੀਆਂ ਗੋਲੀਆਂ ਵਾਲਾ ਬੰਦਾ ਬੈਠਾ ਹੈ, ਜੇ ਉਹ ਨਾਲ ਉਹਨੂੰ ਪਾਣੀ ਔਰ ਚਾਹ
ਜਾਂ ਹੋਰ ਸਨੈਕਸ ਵਗੈਰਾ ਦੇਣ ਦੀ ਆਗਿਆ ਦੇ ਦਿਓ, ਤੁਹਾਡਾ ਠੇਕਾ ਤਾਂ ਪਤਾ ਨਹੀਂ ਕਦੋਂ ਹੋਣਾ। ਔਰ ਭਰੋਸੇ ਸੂਤਰਾਂ ਤੇ ਵੀ ਪਤਾ ਲੱਗਾ ਹੈ ਕਿ ਉਹ ਕੋਰਟ ਦਾ ਮਾਮਲਾ ਹੈਗਾ, ਇਸ ਕਰਕੇ ਉਹ ਹਜੇ ਕੋਈ ਸੰਭਾਵਨਾ ਨਹੀਂ ਲੱਗਦੀ। ਲੇਕਿਨ ਅਸੀਂ ਇਹ ਕਿਹਾ ਵੀ ਤੁਸੀਂ ਫਿਲਹਾਲ ਇਹਨੂੰ ਇਸ ਚੀਜ਼ ਵਧਾਉਣ ਦੀ ਦੇ ਦਿਓ ਤਾਂ ਕਿ ਪਾਣੀ ਚਾਹ ਵਗੈਰਾ ਮਿਲ ਜਾ ਕਰਨ। ਇਸ ਤੋਂ ਇਲਾਵਾ ਇਸ ਪਾਸੇ ਅਸੀਂ ਮੁਕਤਸਰ ਵਾਲੇ ਪਾਸੇ ਇਹ ਜਿਹੜੀ ਨਵੀਂ ਅਗਰ ਰੋਡ ਬਣ ਜੇ ਅੱਛੀ, ਜਿੱਥੇ ਮਾਲ ਲੋਡਡ ਅਨਲੋਡ ਹੁੰਦਾ ਹੈ, ਤਾਂ ਉਹਦੇ ਨਾਲ ਨਾ ਤਾਂ ਪਾਣੀ ਖੜੂਗਾ, ਨਾ ਮੱਛਰ ਪੈਦਾ ਹੋਊਗਾ ਔਰ ਨਾ ਡਸਟ ਵਗੈਰਾ ਹੋਊਗੀ। ਇਹ ਸਫਾਈ ਦਾ ਮੇਨ ਭਾਗ ਵੀ ਹੈਗਾ ਦਾ ਰੇਲਵੇ ਦਾ। ਔਰ ਇਸ ਤੋਂ ਇਲਾਵਾ ਹੋਰ ਅਸੀਂ ਛੋਟੀ ਗੱਲਾਂ ਕੀਤੀਆਂ, ਉਹਨਾਂ ਨੇ ਆਸ਼ਵਾਸਨ ਸਾਨੂੰ ਦਵਾਇਆ ਕਿ ਵੀ ਅਸੀਂ ਇਹ ਪੂਰਾ ਦੇਖ ਕੇ ਹੱਲ ਕਰਾਂਗੇ। ਉਹਨਾਂ ਨੇ ਕਿਹਾ ਤੁਸੀਂ ਉੱਤਰ ਦੇ ਸਾਰੀ ਮੈਨੂੰ ਇਹ ਗੱਲ ਨਿਭਾਈ ਹੈ, ਮੈਂ ਚੈੱਕ ਕਰਦਾ ਦੇਖਦਾ ਔਰ ਉਸ ਤੋਂ ਬਾਅਦ ਸਾਰਾ ਤੁਹਾਨੂੰ ਵੇਖ ਕੇ ਸਾਰਾ ਕਰਾਂਗੇ। ਤੁਸੀਂ ਇਹੀ ਵੀ ਗੱਲ ਰੱਖੀ ਹੈ ਕੋਈ ਵੀ ਜਦੋਂ ਕੋਈ ਵੱਡਾ ਅਫਸਰ ਹੁੰਦਾ ਉਦੋਂ ਹੀ ਸਫਾਈ ਅਭਿਆਨ ਚੱਲਦਾ ਸਟੇਸ਼ਨ ਤੇ, ਅਦਰਵਾਈਜ਼ ਨਹੀਂ ਚੱਲਦਾ? ਇਹ ਅਕਸਰ ਅਸੀਂ ਗੱਲ ਕਰਦੇ ਹਾਂ ਵੀ ਤੁਹਾਡਾ ਦੇਖੋ ਜਦੋਂ ਇੰਸਪੈਕਸ਼ਨ ਹੁੰਦੀ ਹੈ ਉਦੋਂ ਥੋੜੀ ਜੀ ਮਹਿਕਮਾ ਚੁਸਤ ਫੁਰਤ ਹੋ ਜਾਂਦਾ ਹੈ, ਤੇ ਇਹ ਇੰਸਪੈਕਸ਼ਨ ਦਾ ਮਤਲਬ ਹੀ ਹੁੰਦਾ ਵੀ ਇੰਸਪੈਕਟਰ ਕਰਨ ਆ ਰਿਹਾ ਹੈ ਤੇ ਫਟਾਫਟ ਕਰ ਲਓ। ਲੇਕਿਨ ਜਿਹੜੀ ਸਫਾਈ ਹੈ ਲਗਾਤਾਰ ਮਤਵਾਤਰ ਹੋਣੀ ਚਾਹੀਦੀ ਹੈ, ਤਾਂ ਫਿਰ ਹੀ ਉਹਦੇ ਵਿੱਚ ਉਹਨਾਂ ਨੇ ਆਸ਼ਵਾਸਨ ਦਵਾਇਆ ਕਿ ਤੁਸੀਂ ਵੀ ਪਲੱਸ ਮੀਡੀਆ ਵਾਲੇ ਵੀ ਜਿਹੜੇ ਹੈ ਉਹ ਸਾਰੇ ਲੋਕ ਦੇ ਸਹਿਯੋਗ ਨਾਲ ਹੀ ਇਹ ਸਫਾਈ ਦਾ ਕੰਮ ਹੋਊਗਾ। ਠੀਕ ਹੈ ਜੀ, ਸਹਿਮਤ ਹੈ। ਵੈਸੇ ਅਸੀਂ ਕੋਈ ਗੰਦ ਤਾਂ ਪਾਉਣ ਆਉਂਦੇ ਨਹੀਂ ਇੱਥੇ, ਲੇਕਿਨ ਇਹਨਾਂ ਦੇ ਰੇਲਵੇ ਦੇ ਕਰਮਚਾਰੀ ਆ ਜਾਂ ਆਵਾਰਾ ਪਸ਼ੂ ਫਿਰਦੇ ਆ, ਤਾਂ ਜਿਵੇਂ ਉਸ ਪਰਲੇ ਏਰੀਏ 'ਚ ਦੇਖਦੇ ਕਿ ਅਗਰ ਜੇ ਫਿਰਕੀ ਲੱਗ ਜੇ ਉੱਥੇ ਤਾਂ ਕੋਈ ਆਵਾਰਾ ਪਸ਼ੂ ਨੂੰ ਆਊਗਾ। ਠੀਕ ਹੈ, ਇਹ ਛੋਟੀ ਛੋਟੀ ਗੱਲਾਂ ਹੋਈਆਂ। ਲੇਕਿਨ ਹੁਣ ਇਸ ਤੋਂ ਪਹਿਲਾਂ ਅੱਜ ਤੋਂ 5 ਦਿਨ ਪਹਿਲਾਂ DRM ਮੈਡਮ ਸੀਮਾ ਸ਼ਰਮਾ ਜੀ ਨੇ ਵੀ ਅੱਛੀ ਗੱਲਬਾਤ ਸੁਣੀ ਸੀ ਔਰ ਉਹਨਾਂ ਨੇ ਵੀ ਨਾਲ ਮਤਲਬ ਕਿ ਉਹਨਾਂ ਨੂੰ ਪੂਰੀ ਸਪੋਰਟਿੰਗ ਕੀਤੀ ਹੈ ਕਿ ਵੀ ਇਹਨਾਂ ਦੀ ਮੰਗਾਂ ਜਾਇਜ਼ ਹੈਗੀਆਂ। ਜਿਵੇਂ ਜਨਤਾ ਐਕਸਪ੍ਰੈਸ ਦੀ ਗੱਲ ਕੀਤੀ ਹੈ, ਦਿੱਲੀ ਜਾਣ ਵਾਲੀ ਗੱਲ ਹੈ, ਜਾਂ ਕਿਸਾਨ ਐਕਸਪ੍ਰੈਸ ਦੀ ਗੱਲ ਹੈ, ਇਹ ਸਾਰੀਆਂ ਗੱਲਾਂ ਉਹਨਾਂ ਦੇ ਧਿਆਨ ਸੀਗੀਆਂ ਔਰ ਉਮੀਦ ਹੈ ਕਿ ਉਹ ਧਿਆਨ 'ਚ ਲਿਆ ਕੇ ਤੇ ਸਾਡੀ ਜੋ ਡਿਮਾਂਡ ਉਹਨਾਂ ਦੇ ਉਹ ਕਰਨਗੇ, ਜਾਂ ਰਿਕਮੈਂਡੇਸ਼ਨ ਕਰਕੇ ਰੇਲਵੇ ਬੋਰਡ ਨੂੰ ਜਾਂ ਰੇਲਵੇ ਚੇਅਰਮੈਨ ਨੂੰ ਜਾਂ ਇਸ ਤੋਂ ਇਲਾਵਾ ਰੇਲਵੇ ਮਿਨਿਸਟਰ ਨੂੰ ਉਹ ਭੇਜਣਗੇ। ਧੰਨਵਾਦ ਜੀ। ਸੋ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਰ ਵਾਸੀਆਂ ਨੂੰ ਭਰੋਸਾ ਜਿਹੜਾ ਹੈਗਾ ਜ਼ਰੂਰ ਦਿੱਤਾ ਗਿਆ, ਪਰ ਇਹ ਭਰੋਸਾ ਪੂਰਾ ਕਦੋਂ ਹੁੰਦਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ। ਕੈਮਰਾ ਪਰਸਨ ਦੀਪਕ ਗਡੋਲ ਦੇ ਨਾਲ ਮੈਂ ਸੁਰੇਸ਼ ਜੰਦਲ, ਪ੍ਰਾਈਮ ਉਦੇ। सर हम बहुत परेशान है, बच्चे हैं छोटे छोटे बहुत बीमार रहते हैं, अब डेंगू भी हो रहा है इन बच्चों का। ये ना जानबूझ के यहाँ पे लाइन लगा देते हैं। एक मिनट सुनने दो। प्रॉब्लम जो आप क्या कहना चाह रहे हो बताओ। सर मैं ये कहना चाहता सर, ये आप एक फोटोज देख लो। रेल के बाहर की है वैसे, रेल के अंदर की जो सर फर्स्ट ट्रैक आ जाता है उसके बिल्कुल फ्रंट पे ही है जहाँ स्पेशल उतरती है। ठीक है सर, रिक्वेस्ट ही है। अब देखो अब डेंगू आ रहे हैं। ये देखो सर, जो ये गाड़ी दिखाओ सर, ये हाल हुआ पड़ा सर, ये देखो सर, देखो पानी कितना खड़ा है। मतलब बहुत बगैर बारिश के भी। 1 मिनट के लिए आप उधर प्लीज रिक्वेस्ट है सर हमारी। हम हमेशा आप 2 सेकंड चालू। एक मिनट एक बात बताओ भैन जी, एक मिनट सुनो मैं ਤੁਹਾਡੀ ਇਹ ਪੜ੍ਹ ਲਈ ਹੈਗੀ ਪੰਜਾਬੀ ਦੇ ਵਿੱਚ ਮੈਨੂੰ ਪੜ੍ਹਨਾ ਆਉਂਦਾ ਹੈ। ਮੈਂ ਸਾਰੀ ਸਮੱਸਿਆ ਮੈਨੂੰ ਸਮਝ ਆ ਗਈ ਹੈ। ਤੁਸੀਂ ਸੜਕ ਦੀ ਗੱਲ ਕਰ ਰਹੇ ਹੋ, ਸੜਕ ਬਣਾਉਣ ਦੀ ਗੱਲ ਕਰ ਰਹੇ ਹੋ। ਮੈਂ GM ਸਰ ਨੂੰ ਇਹ ਦੱਸ ਦੇਣਾ, ਜੋ ਬੈਸਟ ਪੋਸੀਬਲ ਹੋਏਗਾ ਅਸੀਂ ਇਹਨੂੰ ਕਰਾਂਗੇ। ਠੀਕ ਹੈ, ਥੈਂਕ ਯੂ ਸਰ। ਪਰਲੇ ਘਰ ਵਾਲੇ ਦਾ ਕਹਿਣਾ ਹੈ ਕਿ ट्रेन जानबूझ के लाई है, उधर ध्यान ना पवे। हाँ ट्रेन आई बार वहीं लगती है, इसलिए कि परली तरफ उनकी से ध्यान ही ना जाए। ट्रेन आती है तब जबकि यहाँ पर इंडेंट लगाता है FCI। ठीक है, अगर FCI इंडेंट नहीं लगाता तो ट्रेन भी नहीं आती। ਪਰ ਅਕਸਰ ਅਧਿਕਾਰੀ ਜਦੋਂ ਆਉਂਦੇ ਸੀ ਵੇਖਦੇ ਆ ਟ੍ਰੇਨ ਚਾਹੇ ਖਾਲੀ ਲੱਗਦੀ ਹੈ ਚਾਹੇ ਭਰੀ ਲੱਗਦੀ ਹੈ ਇਧਰ। नहीं खाली होती है, खाली करेगा, जिसको लोड करना वो लोड करेगा ना। डिमांड अगर आप लगाएंगे तो आपका माल लाना, आप लोड करेंगे, हम तो नहीं करेंगे, हम तो रेट देंगे। 15 साल हो गए सड़क नहीं बनी। चलो कोई नहीं, आपने बात बोल दी। ठीक है सर, रिक्वेस्ट है छेती तो छेती कोशिश करियो। पता की है बहुत ज्यादा स्मेल आती है। आपकी बात क्या सुन के बिल्कुल थैंक यू कैसी है समस्या, बहुत बड़ी समस्या है। बच्चों के डेंगू हो रहा है, कोई बच्चा हमारी मोहल्ले में ठीक है। सर, आप पहले कह रहे थे मैडम रोटी खा रही है, हमने वहाँ वेट करी मैडम के लिए। अब कम से कम मैडम की तो बात करवाई सकते हो। दर्शन ही करा दो, एक तो नहीं करवाओ जी। सर, हम देख लो गर्मी में आई हैं सारे, अपना अपना काम छोड़ के। मुलाकात करा दो सर जी, 2 मिनट जी। नहीं मैडम सारा तो यहाँ से सर, मैडम से 1 मिनट पर बात करवा दो। ये तो गलत गल आए हैं, अक्सर मिलेगी नहीं जी। ये तो फिर कोई सोल्यूशन नहीं है ना। फिर आपने नहीं जी, हम भी तो अपने घरों में खाना वैसे ही छोड़ के भागे हैं, जैसे पता चला कि आई पानी कुछ नहीं है। ਐਕਚੁਅਲੀ ਸਹੀ ਤੁਹਾਨੂੰ ਮੈਂ ਦੱਸਾਂ, ਉਹਨਾਂ ਨੂੰ ਮਿਲਾਉਣ ਦਾ ਕੰਮ ਇਹਨਾਂ ਦੇ ਵੱਸ ਦੀ ਗੱਲ ਨਹੀਂ। ਸਹੀ ਮੈਂ ਤੁਹਾਨੂੰ ਦੱਸ ਦਿੰਦਾ ਤੁਹਾਨੂੰ ਮੈਂ। फिर बस की गल किंदी है, किंदे बस की गल है। ਬਾਸਤੀਕਾ ਜਿਹੜੇ ਵੱਡੇ ਅਧਿਕਾਰੀ ਨਾਲ ਆਏ ਆ
हाथ ही जोड़ लो, हाथ जोड़ के बेनती कर लो। आप हमारा सोल्यूशन देखो, वहाँ जाके कैसे हमारे बच्चों की बीमारियां हो रही है इतनी इतनी। वैसे कहते इतने परहेज करो, किस चीज के परहेज करो? आगे बाहर, आगे बाहर। गौशाला है, वो वाली सड़क इतनी गंदी सड़क है, इतने गड्ढे हैं, इतना गंदा पानी भरा हुआ है। बीमारियों से जूझ रहे हैं मैडम। रेलवे की रोड है वो। मैडम प्लीज 5 मिनट आ जाओ जी, और कोई रिक्वेस्ट नहीं है जी। देखिए सर ने देखा है पहले इतनी गंदी फ्रेगरेंस आ रही है वहाँ से। देखो मेरी बात सुनो, अगर डेंगू होता है हम तो टॉयलेट कलर पर बच्चे नहीं कर पाते ना। मैं देख लेती हूँ, अगर वो रेलवे रोड है तो हम उसका जरूर कुछ रिक्वेस्ट है हमारी, बेटा मेरे पर्सनली आपको काम दोबारा देखो, अभी जाने तो आप ना थोड़ा सा बच्चों की तरफ देख के प्लीज कर। मैडम कोई बड़ा अधिकारी आता है तो जानबूझ के ट्रेन उधर लगाई जाती है कि किसी का ध्यान ना पड़े उधर। मैडम मैं तो देख के चले जाते हैं जी। दैट इज नॉट द केस एट ऑल। आज 2 यहाँ पे लोडिंग है और हमको जब इंडेंट लगता है एफसीआई का तो हम लोड हमको रेक देना है। हम लोग एफसीआई से प्लीज और हमें मिलना था, लेकिन हम 2 मिनट प्लीज सर से हमें थोड़ा टाइम तो दो। आप यहाँ आने का फायदा क्या हुआ? जो प्रॉब्लम है आप हमारी मुलाकात नहीं, हम तो 1 घंटे से खड़े हैं यहाँ पे। नहीं हम किस लिए आए हैं? हम भी बागापुराना से आए मैडम, 30 किलोमीटर दूर से आए स्पेशली। नहीं मैं हमसे मुलाकात हुई, मैंने 1 घंटे से खड़ा यहाँ पे। नहीं हम खड़े सी, हम खड़े के लंच कर रहे थे सर, तो हम वेट कर रहे थे। आप बाहर खड़े रहेंगे जब भी तो मिलेंगे। ਸੋ ਤੁਸੀਂ ਦੇਖ ਸਕਦੇ ਹੋ ਕਿ ਜੋ ਉੱਥੇ ਪਰਲੇ ਸਾਈਡ ਜਿਹੜਾ ਘਰ ਹੈਗੇ ਉਹਨਾਂ ਵੱਲੋਂ ਮੰਗ ਰੱਖੀ ਗਈ ਹੈ। ਸੋ ਮੰਗ ਪੂਰੀ ਹੋਊਗੀ ਜਾਂ ਨਹੀਂ ਹੋਊਗੀ ਇਹ ਤਾਂ ਆਉਣ ਵਾਲਾ ਹੁਣ ਸਮਾਂ ਹੀ ਦੱਸੇਗਾ। ਕੈਮਰਾ ਪਰਸਨ ਦੀਪਕ ਗੁੱਡਵਾਲ ਦੇ ਨਾਲ ਮੈਂ ਸੁਨੀਲ ਜਿੰਦਲ, ਪ੍ਰਾਈਮ ਉਹਦੇ ਕੋਟਕਪੂਰਾ।